ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ। ਬਸੰਤ ਮਹਲਾ ਨੌਵਾਂ। ਮਨ ਕਹਾ ਵਿਸਾਰਿਓ RAM ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ। ਮਨ ਕਹਾ ਵਿਸਾਰਿਓ RAM ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ। ਰਹਾਉ ਇਹ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਿਹ ਵਿਚਾਰ। ਧਨ ਦਾਰਾ ਸੰਪਤ ਗ੍ਰਹਿ, ਕਾਸ਼ ਸੰਗ ਨਾ ਚਾਲੈ ਸਮਝ ਲੇ। ਇਕ ਭਗਤ ਨਾਰਾਇਣ ਸਾ ਹੋਏ ਸੰਗ, ਕਹੋ ਨਾਨਕ ਭਜ ਤਿਹ ਏਕ ਰੰਗ। ਇਕ ਭਗਤ ਨਾਰਾਇਣ ਹੋਏ ਸੰਗ, ਕਹੋ ਨਾਨਕ ਭਜ ਤਿਹ ਏਕ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਮੁਬਾਰਕ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਆਪ ਜੀ ਨੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1186 ਅਤੇ 87 ਉੱਪਰ ਇਹ ਪਾਵਨ ਸ਼ਬਦ ਦਰਜ ਹੈ, ਜਿਸ ਦੇ ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਦੇ ਨੇ, ਮਨ ਕਹਾ ਵਿਸਾਰਿਓ RAM ਨਾਮ। ਭਾਵ ਹੀ ਮੇਰੇ ਮਨ, ਤੂੰ ਕਿਉਂ ਭੁਲਾ ਦਿੱਤਾ ਹੈ ਸਰਵ ਵਿਆਪਕ ਪਰਮੇਸ਼ਰ ਦੀ ਯਾਦ ਨੂੰ, ਉਸ ਦੇ ਚੇਤੇ ਨੂੰ ਕਿਉਂ ਵਿਸਾਰ ਦਿੱਤਾ ਹੈ। ਵੈਸੇ ਵੀ ਮਨੁੱਖੀ ਜੀਵਨ ਵਿੱਚ ਜਦੋਂ ਆਪਾਂ ਧਿਆਨਪੂਰਵਕ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ, ਕੋਈ ਚੀਜ਼ ਜਦੋਂ ਸਾਨੂੰ ਬੜੀ ਜ਼ਰੂਰੀ ਚੇਤੇ ਰੱਖਣ ਯੋਗ ਹੋਵੇ ਅਤੇ ਚੇਤੇ ਵਿੱਚ ਨਾ ਰਹੇ, ਉਸ ਦਾ ਇੱਕੋ ਹੀ ਕਾਰਨ ਮੂਲ ਹੁੰਦਾ ਹੈ ਕਿ ਸਾਡਾ ਉਸ ਵਕਤ ਜਦੋਂ ਧਿਆਨ ਉਸ ਚੀਜ਼ ਉੱਤੇ ਕੇਂਦਰਿਤ ਹੋਣਾ ਚਾਹੀਦਾ ਸੀ, ਉਦੋਂ ਕਿਸੇ ਹੋਰ ਪਾਸੇ ਵੱਲ ਸਾਡੀ ਲਗਨ ਲੱਗੀ ਹੋਵੇ, ਕੋਈ ਹੋਰ ਖਿਆਲ ਸਾਡੇ ਅੰਦਰ ਚੱਲ ਰਿਹਾ ਹੋਵੇ, ਤਾਂ ਇਸ ਨੂੰ ਅਸੀਂ ਆਖਦੇ ਹਾਂ ਕਿ ਬੇਧਿਆਨੀ ਹੋ ਗਈ ਹੈ। ਕੋਈ ਮਨੁੱਖ ਆਪਣੇ ਘਰ ਤੋਂ ਬਾਜ਼ਾਰ ਨੂੰ ਜਾ ਰਿਹਾ ਸੀ, ਜਿਸ ਵੇਲੇ ਉਹ ਘਰ ਦਾ ਦਰਵਾਜ਼ਾ ਨਿਕਲਣ ਲੱਗਿਆ ਤਾਂ ਘਰਦਿਆਂ ਨੇ ਆਵਾਜ਼ ਦਿੱਤੀ ਕਿ ਤੁਸੀਂ ਜਾ ਰਹੇ ਹੋ, ਇਹ ਚੀਜ਼ ਤੁਸੀਂ ਬਾਜ਼ਾਰ 'ਚੋਂ ਲੈ ਕੇ ਆਉਣਾ। ਹੁਣ ਉਸ ਨੇ ਹੱਥ ਖੜਾ ਕੀਤਾ
ਆਵਾਜ਼ ਕੰਨਾਂ ਤੱਕ ਪਹੁੰਚ ਗਈ ਸੀ, ਸੰਕੇਤ ਮਿਲ ਗਿਆ ਵੀ ਸੁਣ ਲਿਆ। ਪਰ ਜਿਸ ਵੇਲੇ ਉਹ ਵਾਪਸ ਆਇਆ ਤੇ ਉਸ ਨੂੰ ਖਾਲੀ ਹੱਥ ਵੇਖ ਕੇ ਪਰਿਵਾਰ ਦੇ ਜੀਆਂ ਨੇ ਸਵਾਲ ਕੀਤਾ ਕਿ ਤੁਹਾਨੂੰ ਸੁਨੇਹਾ ਦਿੱਤਾ ਸੀ, ਆਵਾਜ਼ ਦਿੱਤੀ ਸੀ ਕੋਈ ਵਸਤੂ ਲਿਆਉਣ ਵਾਸਤੇ, ਪਰ ਤੁਸੀਂ ਖਾਲੀ ਹੱਥੋਂ। ਤਾਂ ਮਨੁੱਖ ਨੇ ਇਸ ਗੱਲ ਦਾ ਜਵਾਬ ਦਿੱਤਾ, ਕਹਿਣ ਲੱਗਾ ਵੀ ਮੈਂ ਧਿਆਨ ਨਹੀਂ ਕੀਤਾ, ਮੇਰੇ ਚੇਤੇ ਵਿੱਚ ਨਹੀਂ ਰਿਹਾ। ਹੁਣ ਜਿਹੜੀ ਚੀਜ਼ ਸਾਡੇ ਚੇਤੇ ਵਿੱਚ ਨਹੀਂ ਰਹੀ ਉਸ ਦਾ ਇੱਕੋ ਹੀ ਕਾਰਨ ਹੈ ਵੀ ਉਸ ਖਿਆਲ ਦੀ ਜਗ੍ਹਾ 'ਤੇ ਕਿਸੇ ਹੋਰ ਖਿਆਲ ਨੇ ਬਾਰ-ਬਾਰ ਸਾਡੇ ਅੰਦਰ ਚੱਕਰ ਕੱਟਣਾ ਸ਼ੁਰੂ ਕੀਤਾ, ਤਾਂ ਉਹ ਖਿਆਲ ਇੱਕ ਕੋਨੇ ਵਿੱਚ ਚਲਿਆ ਗਿਆ। ਪਰ ਸੁਨੇਹਾ ਦੇਣ ਵਾਲੇ ਨੂੰ ਵੇਖਦਿਆਂ ਸਾਰ ਹੀ ਚੇਤਾ ਆ ਗਿਆ ਵੀ ਇਹਨੇ ਤਾਂ ਮੈਨੂੰ ਕੋਈ ਕੰਮ ਕਿਹਾ ਸੀ। ਭਾਵ ਜੋ ਅਸੀਂ ਕੰਨਾਂ ਨਾਲ ਸੁਣਦੇ ਹਾਂ, ਜੋ ਅਸੀਂ ਪੜ੍ਹਦੇ ਹਾਂ, ਜੋ ਬਾਹਰੋਂ ਦੇਖਦੇ ਹਾਂ, ਉਹ ਸਾਰਾ ਕੁਝ ਖਿਆਲ ਬਣ ਕੇ ਸਾਡੇ ਅੰਦਰ ਜਮ੍ਹਾਂ ਹੁੰਦਾ ਜਾਂਦਾ ਹੈ। ਜਿਹੜੀ ਚੀਜ਼ ਦੀ ਅਸੀਂ ਪ੍ਰੈਕਟਿਸ ਕਰਦੇ ਰਹਿੰਦੇ ਹਾਂ, ਜਿਹੜਾ ਖਿਆਲ ਸਾਡੇ ਕਰਮ ਦਾ ਹਿੱਸਾ ਬਣਦਾ ਰਹਿੰਦਾ ਹੈ, ਜਿਸ ਦਾ ਬਾਰ-ਬਾਰ ਚਿੰਤਨ ਹੁੰਦਾ ਰਹਿੰਦਾ ਹੈ, ਉਹ ਪੱਕ ਜਾਂਦਾ ਹੈ, ਉਹ ਸਾਡਾ ਸੁਭਾਅ ਬਣ ਜਾਂਦਾ ਹੈ, ਸਾਡਾ ਕਰਮ ਬਣ ਜਾਂਦਾ ਹੈ, ਸਾਡੇ ਜੀਵਨ ਦੀ ਉਸਾਰੀ ਵਿੱਚ ਉਹਦਾ ਅਹਿਮ ਰੋਲ ਬਣ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜਿਸ ਵੇਲੇ ਬਾਣੀ ਦੇ ਵਿੱਚ ਵਿਸਾਰਨ ਦੀ ਗੱਲ ਕਰਦੇ ਨੇ ਜਾਂ ਭੁੱਲਣ ਦਾ ਜ਼ਿਕਰ ਕਰਦੇ ਨੇ ਵੀ ਪਰਮੇਸ਼ਰ ਭੁੱਲ ਰਿਹਾ ਹੈ, ਰੱਬ ਵਿਸਰ ਰਿਹਾ ਹੈ, ਤਾਂ ਉਸ ਦਾ ਭਾਵ ਹੈ ਵੀ ਉਸ ਪਵਿੱਤਰ ਖਿਆਲ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਖਿਆਲ ਦਾ ਬਾਰ-ਬਾਰ ਜੀਵਨ ਵਿੱਚ ਆਉਣਾ ਵਧੇਰੇ ਹੋ ਗਿਆ, ਤਾਂ ਚੰਗੇ ਖਿਆਲ ਦੀ ਜਿਹੜੀ ਪ੍ਰੈਕਟਿਸ ਹੈ ਉਹ ਜੀਵਨ ਵਿੱਚ ਘਟ ਗਈ ਹੈ, ਉਹ ਚਿੰਤਨ ਮੁੱਕ ਗਿਆ ਹੈ। ਹੁਣ ਜ਼ਰਾ ਕੁ ਚੇਤੇ ਵਿੱਚ ਰੱਖੀਏ, ਇਹ ਵੀ ਗੁਰੂ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚ ਸੰਕੇਤ ਹੈ ਕਿ ਮਨੁੱਖ ਦੇ ਅੰਦਰ ਚੰਗੇ ਖਿਆਲ ਹਮੇਸ਼ਾ ਰਹਿੰਦੇ ਨੇ, ਕਿਉਂਕਿ ਸਾਡੇ ਮਨ ਦੇ ਦੋ ਭਾਗ ਨੇ, ਇੱਕ ਹੈ ਅਚੇਤ ਮਨ, ਦੂਜਾ ਹੈ ਸੁਚੇਤ ਮਨ। ਸੁਚੇਤ ਤੋਂ ਭਾਵ ਅਸੀਂ ਹੁਣ ਇਸ ਵੇਲੇ ਜਿਹੜੀ ਗੱਲਬਾਤ ਕਰ ਰਹੇ ਹਾਂ, ਸੁਣ ਰਹੇ ਹਾਂ, ਕਹਿ ਰਹੇ ਹਾਂ, ਜੋ ਵੇਖ ਰਹੇ ਹਾਂ, ਸਾਡੇ ਸੁਚੇਤ ਮਨ ਦਾ ਭਾਗ ਹੈ। ਅਚੇਤ ਜਿਸ ਨੂੰ ਸਬ ਕੌਨਸ਼ੀਅਸ ਮਨ ਕਿਹਾ ਜਾਂਦਾ ਹੈ, ਜਿਸ ਵਿੱਚ ਸਾਰੇ ਤਰ੍ਹਾਂ ਦੇ ਵਿਚਾਰ ਭਰੇ ਪਏ ਨੇ। ਇਹਦਾ ਮਤਲਬ ਹੈ ਮਨੁੱਖੀ ਜੀਵਨ ਜਿਹੜਾ ਹੈ ਉਹ ਚੱਜ ਆਚਾਰ ਜਾਂ ਚੰਗਿਆਈ ਤੋਂ ਸੱਖਣਾ ਕਦੇ ਨਹੀਂ ਹੁੰਦਾ, ਪਰ ਉਹ ਅਣਵਰਤੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਬਦੀਆਂ ਜਾਂਦੀਆਂ ਨੇ ਸਾਡੇ ਜੀਵਨ ਵਿੱਚ, ਇੰਨੀਆਂ ਕੁ ਦੱਬੀਆਂ ਜਾਂਦੀਆਂ ਨੇ, ਇੰਨੀਆਂ ਕੁ ਲੁਕ ਜਾਂਦੀਆਂ ਨੇ ਬਿਨਾਂ ਪ੍ਰੈਕਟਿਸ ਵਿੱਚ ਲਿਆਂਦੇ ਤੋਂ, ਵੀ ਉਸੇ ਨੂੰ ਸਤਿਗੁਰੂ ਕਹਿੰਦੇ ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਪਰਮੇਸ਼ਰ ਨੂੰ ਵਿਸਾਰ ਕੇ ਤੇਰੇ ਅੰਦਰ ਦੇ ਗੁਣ ਗਲ ਗਏ, ਜਿਸ ਨੂੰ ਮਹਾਰਾਜ ਬਾਣੀ 'ਚ ਵਿਵੇਕ ਦੀਪ ਮਲੀਨ ਵੀ ਕਹਿੰਦੇ ਨੇ, ਵਿਵੇਕ ਦਾ ਦੀਵਾ ਮੱਧਮ ਪੈ ਰਿਹਾ ਹੈ। ਸੁਭਾਵ ਕੀ ਹੈ ਕਿ ਉਹ ਚੀਜ਼ ਅਣਵਰਤੀ ਦੱਬਦੀ ਗਈ, ਹੋਰ ਕਿਸੇ ਚੀਜ਼ ਦੀ ਪ੍ਰੈਕਟਿਸ ਹੁੰਦੀ ਗਈ, ਅਭਿਆਸ ਹੁੰਦਾ ਗਿਆ, ਉਹ ਪੱਕਦੀ ਗਈ, ਉਹ ਜੀਵਨ ਘਟਦੀ ਗਈ, ਜੀਵਨ ਦੀ ਉਸਾਰੀ ਹੋਰ ਤਰੀਕੇ ਦੀ ਹੁੰਦੀ ਗਈ। ਜ਼ਰਾ ਕਿ ਇਸ ਨੁਕਤੇ ਨੂੰ ਸਮਝੀਏ। ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ, ਉਹਨਾਂ ਦੀ ਸੰਪਰਕ ਵਿੱਚ ਆਉਂਦਾ ਹੈ ਇੱਕ ਐਸਾ ਵਿਅਕਤੀ ਜਿਸ ਨੂੰ ਚੋਰ ਕਿਹਾ ਜਾਂਦਾ ਹੈ, ਭੂਮੀਆਂ ਚੋਰੀਆਂ ਕਰਦਾ ਹੈ। ਚੋਰ ਦਾ ਮਤਲਬ ਹੀ ਹੁੰਦਾ ਕਿਸੇ ਦੀ ਹਨੇਰੇ ਵਿੱਚ, ਪਿੱਠ ਪਿੱਛੇ ਕਿਸੇ ਦੀ ਕੋਈ ਵਸਤੂ ਨੂੰ ਚੁੱਕ ਲੈਣ। ਪਰ ਸਤਿਗੁਰੂ ਦੇ ਸੰਪਰਕ ਵਿੱਚ ਆ ਕੇ ਉਹ ਆਪਣੇ ਇਸ ਕੰਮ ਤੋਂ ਤੌਬਾ ਕਰਦਾ ਹੈ। ਹੁਣ ਗੁਰੂ ਸਾਹਿਬ ਨੇ ਉਸ ਨੂੰ ਬਾਹਰੋਂ ਕੀ ਦਿੱਤਾ ਹੈ, ਕੀ ਬਖਸ਼ਿਆ ਹੈ, ਉਸ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਦੀ ਸੋਭਤ ਵਿੱਚ ਉਸ ਨੂੰ ਕੁਝ ਰੀਅਲਾਈਜ਼ ਹੋਇਆ। ਹੁਣ ਜਦੋਂ ਅਸੀਂ ਇਹ ਸ਼ਬਦ ਵਰਤਦੇ ਨਾ ਵੀ ਬੰਦੇ ਨੂੰ ਮਹਿਸੂਸ ਹੋ ਗਈ ਗੱਲ ਜਾਂ ਰੀਅਲਾਈਜ਼ ਹੋ ਗਿਆ, ਤਾਂ ਇਹਦਾ ਮਤਲਬ ਕੁਝ ਹੈ ਅੰਦਰ ਜਿਸ ਨੂੰ ਉਹ ਫੀਲ ਕਰਦਾ ਹੈ, ਜਿਸ ਨੂੰ ਮਹਿਸੂਸ ਕਰਦਾ ਹੈ। ਜੋ ਚੀਜ਼ ਹੈ ਹੀ ਨਹੀਂ ਉਸ ਨੂੰ ਕੀ ਅਨੁਭਵ ਕੀਤਾ ਜਾ ਸਕਦਾ? ਕੁਝ ਤੇ ਅੰਦਰ ਉਹਦੇ ਹੈ, ਜਿਸ ਨੂੰ ਜੋ ਬਾਹਰੋਂ ਸੁਣ ਕੇ, ਬਾਹਰੋਂ ਸੰਗਤ ਕਰਕੇ, ਕਿਸੇ ਨੇਕ ਪੁਰਖ ਦੇ ਨੇੜੇ ਹੋ ਕੇ ਉਸ ਨੂੰ ਰੀਅਲਾਈਜ਼ ਹੋਇਆ, ਮਹਿਸੂਸ ਹੋਇਆ, ਅਨੁਭਵ ਹੋਇਆ, ਉਹਨੂੰ ਆਪਣੇ ਆਪ ਵਿੱਚ ਲੱਗਿਆ ਵੀ ਇਹ ਗਲਤ ਹੈ। ਇਹਦਾ ਮਤਲਬ ਸਾਡੇ ਅੰਦਰ ਚੰਗਾ ਤੇ ਮਾੜਾ ਦੋਵਾਂ ਚੀਜ਼ਾਂ ਦੇ ਪ੍ਰਤੀ ਇੱਕ ਕਸ਼ਮਕਸ਼ ਸਦਾ ਬਣੀ ਰਹਿੰਦੀ ਹੈ, ਇੱਕ ਸੰਘਰਸ਼ ਸਦਾ ਹੀ ਸਾਡੇ ਅੰਦਰ ਚੱਲਦਾ ਰਹਿੰਦਾ ਹੈ। ਇਸ ਨੂੰ ਵਿਚਾਰਵਾਨਾਂ ਨੇ ਕਿਹਾ ਹੈ, ਜਿਵੇਂ ਮੈਡੀਕਲ ਸਾਇੰਸ ਆਖਦੀ ਹੈ, ਸਾਡੇ ਸਰੀਰ ਵਿੱਚ ਰੋਗ
ਤੇ ਰੋਗ ਦੇ ਖਿਲਾਫ ਲੜਨ ਵਾਲੀ ਪ੍ਰਤੀਰੋਗ ਜਿਹੜੀ ਸ਼ਕਤੀ ਹੈ ਉਹ ਆਪਸ ਵਿੱਚ ਖਹਿੰਦੀਆਂ ਰਹਿੰਦੀਆਂ ਨੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਸੈੱਲ। ਸਾਡੀ ਬੋਡੀ ਦੇ, ਸਾਡੇ ਬਲੱਡ ਦੇ ਸੈੱਲ ਜਿਹੜੇ ਨੇ ਜਾਂ ਸਾਡੇ ਸਰੀਰ ਦੀ ਜਿਹੜੀ ਐਨਰਜੀ ਹੈ, ਜਦੋਂ ਵੀ ਕੋਈ ਰੋਗ ਸਾਡੇ ਸਰੀਰ ਵਿੱਚ ਪੈਦਾ ਹੁੰਦਾ ਹੈ ਤਾਂ ਉਹ ਰੋਗ ਦੇ ਖਿਲਾਫ ਲੜਨ ਵਾਲੀ ਜਿਹੜੀ ਰੋਗ ਰੋਕੂ ਸ਼ਕਤੀ ਹੈ ਉਹ ਸਾਡੇ ਅੰਦਰ ਐਕਟਿਵ ਹੋ ਜਾਂਦੀ ਹੈ। ਜਿਸ ਵੇਲੇ ਉਸ ਨੂੰ ਰੋਗ ਫੈਲਾਉਣ ਵਾਲੇ ਸੈੱਲਾਂ ਦੀ, ਕੀਟਾਣੂਆਂ ਦੀ, ਜੀਵਾਣੂਆਂ ਦੀ ਪਛਾਣ ਹੋ ਜਾਏ ਤਾਂ ਉਹ ਆਪਣੇ ਆਪ ਫਿਰ ਸਾਡੇ ਸਰੀਰ ਵਿੱਚ, ਬੋਡੀ 'ਚ ਇੱਕ ਸੰਘਰਸ਼ ਸਦਾ ਚੱਲਦਾ ਰਹਿੰਦਾ ਹੈ। ਇਹ ਇੱਕ ਮੋਟਾ ਨੁਕਤਾ ਹੈ। ਇਸੇ ਤਰ੍ਹਾਂ ਸਾਡਾ ਮਨੁੱਖੀ ਮਨ ਹੈ। ਮਨ ਕੋਈ ਇਸ ਸਰੀਰ ਦਾ ਇਸ ਤਰ੍ਹਾਂ ਦਾ ਪਾਰਟ ਨਹੀਂ ਜਿਸ ਨੂੰ ਸਕੈਨ ਕੀਤਾ ਜਾ ਸਕੇ, ਜਾਂ ਕੋਈ ਇਸ ਤਰ੍ਹਾਂ ਦਾ ਹਿੱਸਾ ਨਹੀਂ ਜਿਸ ਨੂੰ ਬਦਲਿਆ ਜਾ ਸਕੇ। ਮਨ ਸਾਡੇ ਅੰਦਰ ਖਿਆਲਾਂ ਅਤੇ ਵਿਚਾਰਾਂ ਦਾ ਸੰਗ੍ਰਹਿ ਹੈ। ਸੰਕਲਪ ਵਿਕਲਪ ਫੁਰਨੇ ਉੱਠਦੇ ਨੇ, ਉਹ ਕਿੰਨੀਆਂ ਡੂੰਘੀਆਂ ਤਹਿਆਂ ਵਿੱਚ ਨੇ, ਇਸ ਨੂੰ ਜਾਣਿਆ ਨਹੀਂ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਕਰਕੇ ਬਾਣੀ 'ਚ ਫਰਮਾਇਆ ਵੀ ਸਾਡੇ ਅੰਦਰ ਜ਼ਹਿਰ ਦੀ ਸੰਭਾਵਨਾ ਵੀ ਹੈ ਅਤੇ ਅੰਮ੍ਰਿਤ ਦੀ ਸੰਭਾਵਨਾ ਵੀ ਹੈ। ਪਰ ਗੁਰੂ ਪਾਤਸ਼ਾਹ ਜਿਸ ਵੇਲੇ ਸਾਨੂੰ ਮੰਦੇ ਅਮਲ ਕਮਾਉਂਦਿਆਂ ਵੇਖਦੇ ਹਨ, ਸਾਨੂੰ ਜ਼ਹਿਰ ਪੀਂਦਿਆਂ ਅਤੇ ਜ਼ਹਿਰ ਦੀ ਪ੍ਰੈਕਟਿਸ ਅਭਿਆਸ ਕਰਦਿਆਂ ਵੇਖਦੇ ਹਨ, ਅਤੇ ਸੁਚੇਤ ਕਰਕੇ ਆਖਦੇ ਨੇ ਵੀ ਤੇਰੇ ਅੰਦਰ ਅੰਮ੍ਰਿਤ ਹੈ। ਅਸੀਂ ਫਿਰ ਮਹਾਰਾਜ ਨੂੰ ਪੁੱਛਦੇ ਹਾਂ, ਸਤਿਗੁਰੂ ਅੰਮ੍ਰਿਤ ਸਾਡੇ ਵਿੱਚ ਹੈ, ਇਹਦਾ ਮਤਲਬ ਅਸੀਂ ਚੰਗੇ ਬਣ ਸਕਦੇ ਹਾਂ? ਤਾਂ ਸਤਿਗੁਰੂ ਪਾਤਸ਼ਾਹ ਫਿਰ ਸਾਡਾ ਧਿਆਨ ਉਸ ਅੰਮ੍ਰਿਤ ਵੱਲ ਦਿਵਾਉਂਦਿਆਂ ਕਹਿੰਦੇ ਨੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀਓ। ਉਸ ਅੰਮ੍ਰਿਤ ਦੀ ਪ੍ਰਾਪਤੀ ਲਈ ਕਿਸੇ ਵਿਖਾਵੇ ਵੇਸ ਦੀ ਜ਼ਰੂਰਤ ਨਹੀਂ, ਭੇਖ ਦੀ ਜ਼ਰੂਰਤ ਨਹੀਂ, ਕਰਮਕਾਂਡ ਦੀ ਲੋੜ ਨਹੀਂ। ਉਹਦੇ ਲਈ ਆਪਣੇ ਆਪ ਨੂੰ ਜਾਣਨਾ ਹੈ। ਇਸੇ ਨੂੰ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ ਹੈ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਜਾਂ ਗੁਰੂ ਅਰਜਨ ਸਾਹਿਬ ਬਾਣੀ ਵਿੱਚ ਫਰਮਾਉਂਦੇ ਨੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਹੈ ਇਸ ਕਾ ਬਿਸਰਾਮ। ਉਹ ਦੇਹੀ ਵਿੱਚ, ਕਿਸੇ ਅੰਗ ਵਿੱਚ ਜਾਂ ਨਾੜੀ ਵਿੱਚ ਨਹੀਂ ਹੈ, ਉਹ ਸਾਡੀ ਖਿਆਲ ਸ਼ਕਤੀ, ਮਾਨਸਿਕ ਸੱਤਾ ਵਿੱਚ ਹੈ, ਉਹ ਸਾਡੇ ਅੰਦਰ ਦੇ ਫੁਰਨਿਆਂ ਵਿੱਚ ਹੈ। ਜਿਸ ਵੇਲੇ ਅਸੀਂ ਆਪਣੇ ਅਵਚੇਤਨ ਮਨ ਦੀਆਂ ਤਹਿਆਂ ਨੂੰ ਫੋੜਦੇ ਹਾਂ, ਆਪਣੇ ਮਨ ਵਾਲੇ ਪਾਸੇ ਕੇਂਦਰਿਤ ਹੁੰਦੇ ਹਾਂ, ਆਪਣੇ ਵਜੂਦ ਵਾਲੇ ਪਾਸੇ ਕੇਂਦਰਿਤ ਹੁੰਦੇ ਹਾਂ, ਤਾਂ ਅਸੀਂ ਆਪਣੇ ਅੰਦਰੋਂ ਉਸ ਅੰਮ੍ਰਿਤ ਨੂੰ ਲੱਭ ਲੈਂਦੇ ਹਾਂ। ਦਰਅਸਲ ਉਹ ਸੰਭਾਵਨਾਵਾਂ ਸਾਡੇ ਅੰਦਰ ਮੌਜੂਦ ਹੁੰਦੀਆਂ ਨੇ, ਥਿੜਕ ਜਾਣ ਦੀਆਂ ਵੀ, ਸੰਭਲ ਜਾਣ ਦੀਆਂ ਵੀ, ਚੰਗਿਆਈ ਦੀਆਂ ਵੀ, ਬੁਰਿਆਈ ਦੀਆਂ ਵੀ। ਗੁਰੂ ਨਾਨਕ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਵੀ ਉਸ ਸੰਭਾਵਨਾ ਨੂੰ ਜਗਾਉਣ ਦੀ ਅਤੇ ਵਰਤਣ ਦੀ ਜੁਗਤ ਜਿਹੜੀ ਹੈ, ਜਾਂ ਉਸ ਪਾਸੇ ਧਿਆਨ ਜਿਹੜਾ ਹੈ, ਜਾਂ ਉਸ ਚੀਜ਼ ਨੂੰ ਰੀਅਲਾਈਜ਼ ਕਰਵਾਉਣ ਦੀ ਜਿਹੜੀ ਜੁਗਤ ਹੈ, ਤਕਨੀਕ ਹੈ, ਤਰੀਕਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭੂਮੀਏ ਨੂੰ ਉਹ ਜਤਾ ਦਿੱਤਾ। ਔਰ ਉਸ ਨੂੰ ਜਿਸ ਵੇਲੇ ਇਸ ਗੱਲ ਦਾ ਗਿਆਨ ਹੁੰਦਾ ਹੈ, ਸਮਝ ਆਉਂਦੀ ਹੈ, ਦਰਅਸਲ ਇਸੇ ਨੂੰ ਹੀ ਗਿਆਨ ਕਿਹਾ ਗਿਆ ਹੈ ਬਾਣੀ ਦੇ ਅੰਦਰ। ਆਮ ਰੂਪ ਵਿੱਚ ਅਸੀਂ ਆਖਦੇ ਕਿਸੇ ਚੀਜ਼ ਦਾ ਪੜ੍ਹ ਲੈਣਾ, ਕੁਝ ਸੁਣ ਲੈਣਾ, ਕਿਸੇ ਚੀਜ਼ ਨੂੰ ਦੇਖ ਕੇ ਆਪਾਂ ਆਖਦੇ ਮੈਨੂੰ ਪਤਾ ਲੱਗ ਗਿਆ, ਮੈਨੂੰ ਗਿਆਨ ਆ ਗਿਆ। ਨਹੀਂ, ਅਸਲ ਗਿਆਨ ਹੈ ਆਪਣੇ ਅਗਿਆਨ ਪ੍ਰਤੀ ਸੁਚੇਤ ਹੋ ਜਾਣਾ। ਮੈਂ ਅਗਿਆਨੀ ਹਾਂ, ਇਸ ਗੱਲ ਦੀ ਸਮਝ ਆ ਜਾਣੀ ਵੀ ਇੱਕ ਕਿਸਮ ਦਾ ਗਿਆਨ ਹੈ, ਵੀ ਇੱਕ ਪੜਾਅ ਹੈ। ਜਦੋਂ ਫਿਰ ਅਸੀਂ ਆਪਣੇ ਅਗਿਆਨ ਨੂੰ ਖਤਮ ਕਰਨ ਲਈ ਜਾਂ ਆਪਣੇ ਅਗਿਆਨ ਤੋਂ ਕਿਨਾਰਾ ਕਰਕੇ ਦੂਜੇ ਪਾਸੇ ਨੂੰ, ਰੋਸ਼ਨੀ ਵੱਲ ਨੂੰ ਤੁਰਦੇ ਹਾਂ, ਤਾਂ ਤਿਉਂ-ਤਿਉਂ ਸਾਡੇ ਅੰਦਰ ਇੱਕ ਚੇਤਨਤਾ ਪਸਰਦੀ ਜਾਂਦੀ ਹੈ। ਉਹ ਚੇਤਨਤਾ ਸਾਡੀ ਆਪਣੀ ਕਮਾਈ ਹੋਈ ਹੁੰਦੀ ਹੈ, ਉਹ ਮਹਿਜ਼ ਜਾਣਕਾਰੀ ਦੇ ਆਧਾਰ 'ਤੇ ਨਹੀਂ ਹੁੰਦੀ। ਇਸੇ ਨੂੰ ਸਤਿਗੁਰੂ ਮਹਾਰਾਜ ਆਖਦੇ ਨੇ, ਗਿਆਨ ਉਤਪੰਨ ਹੋ ਜਾਣਾ, ਚੇਤਨਤਾ ਆ ਜਾਣੀ, ਜਾਗਰੂਕਤਾ ਆ ਜਾਣੀ, ਅਵੇਅਰਨੈਸ ਆ ਜਾਣੀ। ਇਹ ਅਵੇਅਰਨੈਸ ਦੀਆਂ ਸੰਭਾਵਨਾਵਾਂ ਸਾਡੇ ਅੰਦਰ ਮੌਜੂਦ ਹੁੰਦੀਆਂ ਨੇ। ਤੋ ਆਪਾਂ ਕਈ ਵਾਰ ਵੇਖਦੇ ਹਾਂ ਵੀ ਬਾਹਰ ਕਿਸੇ ਚੀਜ਼ ਨੂੰ ਵੇਖ ਕੇ ਬੰਦਾ ਸੋਚਦਾ, ਉਹ ਇਹ ਗੱਲ ਇਸ ਤਰ੍ਹਾਂ ਹੋ ਸਕਦੀ ਸੀ, ਮੈਨੂੰ ਪਤਾ ਨਹੀਂ। ਇਹਦਾ ਮਤਲਬ ਅਨੁਭਵ ਹੋ ਗਿਆ, ਖਿਆਲ ਆ ਗਿਆ। ਤੋ ਸਾਹਿਬ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਆਖਦੇ ਨੇ, ਹੇ ਮੇਰੇ ਮਨ, ਤੂੰ ਭੁੱਲ ਗਿਆ ਹੈ ਕਿਸ ਨੂੰ? ਰਾਮ ਨਾਮ। ਰਾਮ ਦਾ ਭਾਵ ਹੈ ਸਰਵ ਵਿਆਪਕ, ਜੋ ਸਭਨਾ ਵਿੱਚ ਹੈ, ਹਰ ਥਾਂ ਹੈ, ਹਰ ਥਾਂ ਜਿਸ ਦਾ ਪਸਾਰਾ ਹੈ। ਉਸ ਜੋਤ ਸਰੂਪ
ਸਰਵ ਵਿਆਪਕ ਪਰਮੇਸ਼ਰ ਦੀ ਯਾਦ ਨੂੰ ਤੂੰ ਵਿਸਾਰ ਦਿੱਤਾ ਹੈ। ਤਨ ਬਿਨਸੈ ਜਮ ਸਿਉ ਪਰੈ ਕਾਮ। ਚੇਤੇ ਵਿੱਚ ਰੱਖ, ਇਹ ਤਨ ਤੇ ਬਿਨਸ ਜਾਣ ਵਾਲਾ ਹੈ। ਇਹ ਦੇਹੀ ਤੇ ਵਕਤ ਆਉਣ ਉੱਤੇ ਸਮਾਂ ਪਾ ਕੇ ਆਪਣੀ ਹੱਦ ਪੂਰੀ ਕਰਕੇ, ਟਾਈਮ ਸਮਾਂ ਪੂਰਾ ਕਰਕੇ ਇਸ ਨੇ ਬਿਨਸ ਜਾਣਾ ਹੈ। ਜਮ ਸਿਉ ਪਰੈ ਕਾਮ ਦਾ ਭਾਵ ਹੈ ਫਿਰ ਤੇਰਾ ਵਾਹ ਮੌਤ ਨਾਲ ਪੈਣ ਵਾਲਾ ਹੈ। ਮੌਤ ਨਾਲ ਵਾਸਤਾ ਬਵਾਸਤਾ ਇਸ ਸਰੀਰ ਦਾ ਪਏਗਾ। ਬਾਬਾ ਸ਼ੇਖ ਫਰੀਦ ਸਾਹਿਬ ਆਪਣੇ ਸ਼ਲੋਕ ਵਿੱਚ ਇੱਕ ਸ਼ਬਦ ਵਰਤਦੇ ਨੇ, ਤੂੰ ਅਜੈ ਨਾ ਪਤੀਣੋ ਹੈ। ਇਸ ਗੱਲ ਦੀ ਜਾਣਕਾਰੀ ਤਾਂ ਸਭਨਾਂ ਨੂੰ ਹੀ ਹੈ ਵੀ ਕੋਈ ਵੀ ਬੰਦਾ ਇਸ ਸੰਸਾਰ ਵਿੱਚ ਸਦਾ ਥਿਰ ਨਹੀਂ ਰਹਿੰਦਾ। ਕੋਈ ਪਦਾਰਥ, ਕੋਈ ਵਸਤੂ ਸਦਾ ਨਹੀਂ ਕਾਇਮ ਰਹਿੰਦੀ। ਪਰ ਇਹ ਮਹਿਜ਼ ਜਾਣਕਾਰੀ ਹੈ। ਇਹ ਮਹਿਜ਼ ਜਾਣਕਾਰੀ ਹੈ। ਇਹ ਕੇਵਲ ਬੌਧਿਕ ਤੌਰ ਦੇ ਉੱਤੇ ਪਤਾ ਹੋਣਾ ਵੀ ਪਤਾ ਹੈ, ਪਰ ਇਸ ਚੀਜ਼ ਦਾ ਇੰਨਾ ਡੂੰਘਾ ਅਨੁਭਵ ਮਨੁੱਖ ਨੂੰ ਨਹੀਂ ਹੈ ਵੀ ਉਹ ਸੱਚਮੁੱਚ ਹੀ ਇਸ ਗੱਲ ਨੂੰ ਆਪਣੇ ਜੀਵਨ ਵਿੱਚ, ਇਸ ਚੇਤਨਤਾ ਨੂੰ ਟਿਕਾ ਕੇ ਰੱਖੇ। ਜੇ ਐਸਾ ਹੋਵੇ ਤਾਂ ਫਿਰ ਮਨੁੱਖ ਪਰਾਇਆ ਹੱਕ ਮਾਰਨਾ, ਪਾਪ ਕਰਨੇ, ਗੁਨਾਹ ਕਰਨੇ, ਮੰਦੇ ਅਮਲ ਕਮਾਉਣੇ ਜਦੋਂ ਉਹ ਕਰਦਾ ਤਾਂ ਉਸ ਵੇਲੇ ਇਹ ਭੁੱਲਿਆ ਹੁੰਦਾ ਕਿ ਕਾਹਦੇ ਵਾਸਤੇ ਮੈਂ ਕਰ ਰਿਹਾ, ਜਦੋਂ ਕਿ ਇਸ ਸੰਸਾਰ ਵਿੱਚ ਥਿਰ ਕੁਝ ਵੀ ਨਹੀਂ ਹੈ। ਬੜਾ ਲਿਮਟਡ ਜਿਹਾ ਜੀਵਨ ਹੈ। ਮੈਂ ਇਹਨੂੰ ਅਜਾਈਂ ਕਿਉਂ ਗਵਾ ਰਿਹਾ, ਇਸ ਨੂੰ ਮੈਲਾ ਕਿਉਂ ਕਰ ਰਿਹਾ, ਇਸ ਨੂੰ ਪਾਪ ਦੇ ਰਾਹ 'ਤੇ ਤੋਰ ਕੇ ਇਸ ਨੂੰ ਅਕਾਰਥਾ ਕਿਉਂ ਕਰ ਰਿਹਾ। ਤਾਂ ਸਤਿਗੁਰੂ ਪਾਤਸ਼ਾਹ ਜਦੋਂ ਇਹ ਬਚਨ ਬਾਣੀ ਵਿੱਚ ਕਹਿੰਦੇ ਨੇ ਤੇ ਸਤਿਗੁਰੂ ਇੱਕ ਡੂੰਘੇ ਅਨੁਭਵ ਵਿੱਚੋਂ ਕਹਿੰਦੇ ਨੇ। ਇਹ ਜਿਸ ਵੇਲੇ ਸਾਡੇ ਅੰਦਰ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਕੇ ਜੀਵਨ ਦੇ ਪੰਧ ਉੱਤੇ ਤੁਰਦੇ ਹਾਂ, ਫਿਰ ਸਾਡੇ ਕਦਮ ਥਿੜਕਦੇ ਨਹੀਂ। ਫਿਰ ਸਾਨੂੰ ਯਾਦ ਰਹਿੰਦਾ ਵੀ ਕਾਹਦੇ ਲਈ ਗੁਨਾਹ ਕਰੀਏ, ਪਾਪ ਕਰੀਏ, ਅਤਿਆਚਾਰ ਜ਼ੁਲਮ ਕਰੀਏ, ਪਰ ਕਾਹਦੇ ਲਈ, ਕਿਉਂ ਕਰੀਏ। ਕੇਵਲ ਬਾਹਰ ਦੀਆਂ ਚੰਦ ਚੀਜ਼ਾਂ ਵਾਸਤੇ ਜਾਂ ਕੇਵਲ ਆਪਣੀ ਦੇਹੀ ਵਾਸਤੇ। ਇਹਨਾਂ ਵਿੱਚੋਂ ਥਿਰ ਤਾਂ ਕੁਝ ਵੀ ਨਹੀਂ। ਇਸ ਨੂੰ ਕੂੜ ਬੋਲ ਕੇ ਖਵਾਲੀਐ ਜੇ ਚਲਦਿਆਂ ਨਾਲ ਨਾ ਜਾਏ। ਤੋ ਕਿਉਂ ਖਵਾਲੀਏ, ਕਿਉਂ ਪਾਲੀਏ ਪਾਪ ਕਰਕੇ ਜਦੋਂ ਕਿ ਨਿਭਣ ਵਾਲਾ, ਰਹਿਣ ਵਾਲਾ ਕੁਝ ਵੀ ਨਹੀਂ ਹੈ। ਪਾਤਸ਼ਾਹ ਫਰਮਾਉਂਦੇ ਨੇ, ਇਹ ਜਗ ਧੂਏ ਕਾ ਪਹਾਰ। ਜਗ ਦਾ ਭਾਵ ਹੈ ਜੋ ਜਗਤ, ਜੋ ਦ੍ਰਿਸ਼ਟਮਾਨ ਪਸਾਰਾ ਹੈ। ਸਤਿਗੁਰੂ ਆਖਦੇ ਜਿਵੇਂ ਧੂਏ ਦਾ ਬਣਿਆ ਹੋਇਆ ਪਹਾੜ ਹੋਵੇ। ਕੀ ਉਹ ਯਥਾਰਥ ਹੁੰਦਾ ਹੈ, ਸਦਾ ਹੁੰਦਾ ਹੈ? ਨਾ ਤਾਂ ਉਹ ਅਸਲੀ ਹੁੰਦਾ ਹੈ ਅਤੇ ਨਾ ਉਹ ਕਾਇਮ ਰਹਿੰਦਾ ਹੈ। ਜਿਵੇਂ ਧੂੰਆਂ ਸਾਰਾ, ਕਿੰਨਾ ਸਾਰਾ ਅੱਗ ਬਲ ਰਹੀ ਹੋਵੇ, ਧੂੰਆਂ ਇਕੱਠਾ ਹੋ ਜਾਂਦਾ, ਇੱਕ ਵਾਵ ਰੋਲਾ ਜਿਹਾ ਬਣ ਕੇ ਪਹਾੜ ਜਿਹਾ ਬਣ ਜਾਂਦਾ ਹੈ, ਤਾਂ ਉਹ ਹਵਾ ਦੇ ਵੇਗ ਨਾਲ ਛਿੰਨ ਭਿੰਨ ਵੀ ਹੋ ਜਾਂਦਾ ਛੇਤੀ। ਉਹ ਸਦਾ ਬਣਿਆ ਨਹੀਂ ਰਹਿੰਦਾ। ਮਹਾਰਾਜ ਨੇ ਬਾਣੀ 'ਚ ਬਹੁਤ ਉਦਾਹਰਨਾਂ ਦਿੱਤੀਆਂ ਨੇ। ਜਿਵੇਂ ਇੱਕ ਸ਼ਬਦ ਵਰਤਿਆ, ਜਿਉਂ ਬਾਲੂ ਕੀ ਭੀਤ, ਰੇਤ ਦੀ ਕੰਧ। ਸਿੱਲੀ ਰੇਤ ਨੂੰ ਲੈ ਕੇ ਬੱਚੇ ਛੋਟੇ ਛੋਟੇ ਘਰ ਜਿਹੇ ਬਣਾਉਂਦੇ ਨੇ, ਪਰ ਕੀ ਉਹ ਸਦਾ ਕਾਇਮ ਰਹਿਣ ਵਾਲੇ ਜਾਂ ਉਹ ਅਸਲੀ ਹੁੰਦੇ ਨੇ? ਕੀ ਉਹ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਨੇ? ਨਹੀਂ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਜਿਉਂ ਬਾਦਰ ਕੀ ਛਾਈ, ਬੱਦਲਾਂ ਦੀ ਛਾਂ, ਰੁੱਖ ਦੀ ਛਾਂ ਥੱਲੇ ਦੀ ਤਾਂ ਕੁਝ ਸਮਾਂ ਬੈਠਾ ਜਾ ਸਕਦਾ, ਉਹਦੀ ਤਾਂ ਕੋਈ ਮਿਆਦ ਹੈ, ਪਰ ਕੋਈ ਬੱਦਲਾਂ ਦੀ ਛਾਂ ਥੱਲੇ ਕਿੰਨਾ ਚਿਰ ਰਹਿ ਸਕਦਾ? ਕਿ ਬੱਦਲ ਸਦਾ ਐਵੇਂ ਟਿਕੇ ਰਹਿੰਦੇ ਹਨ? ਇਹ ਉਦਾਹਰਨਾਂ ਮਹਾਰਾਜ ਨੇ ਦਿੱਤੀਆਂ ਨੇ ਵੀ ਕਿਸੇ ਵੀ ਚੀਜ਼ ਦਾ ਅਸਤਿਤਵ, ਉਹਦੀ ਹੋਂਦ ਕਾਇਮ ਨਹੀਂ ਰਹਿੰਦੀ, ਥਿਰ ਨਹੀਂ ਰਹਿੰਦੀ। ਉਹ ਹੋਂਦ ਅਣਹੋਂਦ ਵਿੱਚ ਬਦਲ ਜਾਂਦੀ ਹੈ। ਉਹ ਹੈ ਸੀ ਵਿੱਚ ਬਦਲ ਜਾਂਦਾ ਹੈ। ਵਕਤ ਉਸ ਨੂੰ, ਉਸ ਹੋਂਦ ਨੂੰ ਖ਼ਤਮ ਕਰ ਦਿੰਦਾ। ਇਸ ਕੰਟੈਕਸਟ ਦੇ ਵਿੱਚ ਮਹਾਰਾਜ ਨੇ ਇਹਨਾਂ ਉਦਾਹਰਨਾਂ ਦੀ ਵਰਤੋਂ ਕੀਤੀ ਹੈ। ਤੈਂ ਸਾਚਾ ਮਾਨਿਆ ਕਿਹ ਵਿਚਾਰ। ਸਤਿਗੁਰੂ ਆਖਦੇ ਨੇ, ਜੇ ਤੂੰ ਇਹ ਧੂਏ ਦੇ ਪਹਾੜ ਨੂੰ ਸੱਚਾ ਮੰਨ ਲਿਆ, ਅਸਲੀ ਮੰਨ ਲਿਆ, ਤਾਂ ਕੀ ਸੋਚ ਕੇ ਮੰਨਿਆ? ਕਿੱਡਾ ਵੱਡਾ ਪ੍ਰਸ਼ਨ ਮਹਾਰਾਜ ਨੇ ਸਾਡੇ ਜੀਵਨ ਵਿੱਚ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ। ਪਾਤਸ਼ਾਹ ਕਹਿੰਦੇ, ਜਿਹੜੀ ਚੀਜ਼ ਨੂੰ ਤੂੰ ਥਿਰ ਮੰਨ ਲਿਆ, ਕੀ ਸੋਚ ਕੇ ਮੰਨ ਲਿਆ? ਕਿਹ ਵਿਚਾਰ, ਕੀ ਵਿਚਾਰ ਕੇ, ਕੀ ਸੋਚ ਕੇ, ਕਿਹੜੀ ਧਾਰਨਾ ਦੇ ਸਿਰ ਦੇ ਉੱਤੇ ਤੂੰ ਮੰਨ ਲਿਆ? ਜ਼ਰਾ ਵਿਚਾਰ ਕਰ ਆਪਣੇ ਆਪ ਨਾਲ। ਆਪਣੇ ਅੰਦਰ ਇਹ ਖਿਆਲ ਲੈ ਕੇ ਆ ਵੀ ਕਿਉਂ ਮੰਨਿਆ ਤੂੰ, ਕਿਵੇਂ ਮੰਨ ਲਿਆ ਵੀ ਇਹ ਸਦਾ ਥਿਰ ਹੈ। ਸਤਿਗੁਰੂ ਆਖਦੇ ਨੇ, ਧਨ ਦਾਰਾ ਸੰਪਤ ਗ੍ਰਹਿ। ਵੈਸੇ ਮਹਾਰਾਜ ਨੇ ਇਸ ਗੱਲ ਦਾ ਵੀ ਉੱਤਰ ਬਾਣੀ ਵਿੱਚ ਕਈ ਥਾਈਂ ਵਿਆਖਿਆ ਕਰਕੇ ਦਿੱਤਾ ਹੈ
ਵੀ ਜਦੋਂ ਅਸੀਂ ਕਿਸੇ ਚੀਜ਼ ਨੂੰ ਥਿਰ ਮੰਨਦੇ ਹਾਂ ਤਾਂ ਉਸ ਦੇ ਮੂਲ ਕਾਰਨ ਹੁੰਦੇ ਨੇ ਸਾਡਾ ਲਾਲਚ ਵਿੱਚ ਹੋਣਾ, ਜਿਸ ਨੂੰ ਆਪਾਂ ਸਵਾਰਥ ਕਹਿੰਦੇ ਹਾਂ, ਅਤੇ ਜਾਂ ਸਾਡਾ ਅਹੰਕਾਰ ਵਿੱਚ ਹੋਣਾ ਵੀ ਜਿੱਥੇ ਮੈਂ ਮੈਨੂੰ ਦਿਸ ਰਿਹਾ, ਇਸ ਤੋਂ ਅਗਲੀ ਪੱਖ ਦੀ ਸੱਚਾਈ ਨਜ਼ਰ ਨਹੀਂ ਆ ਰਹੀ। ਤੋ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਧਨ ਦਾਰਾ ਸੰਪਤ ਗ੍ਰਹਿ। ਐਸੀਆਂ ਉਦਾਹਰਨਾਂ ਵੀ ਦਿੱਤੀਆਂ ਨੇ, ਜਿਵੇਂ ਇੱਕ ਹਿਰਨ ਦੀ ਉਦਾਹਰਣ ਹੈ। ਹਿਰਨ ਨੂੰ ਜਿਸ ਵੇਲੇ ਇੱਕ ਆਵਾਜ਼, ਸ਼ਿਕਾਰੀ ਇੱਕ ਨਾਦ ਵਾਜਾ ਵਜਾਉਂਦਾ, ਜਿਹਨੂੰ ਘੰਡੇੜੇ ਦਾ ਰਾਗ ਜਾਂ ਨਾਦ ਕਿਹਾ ਜਾਂਦਾ, ਉਹ ਆਵਾਜ਼ ਜਦੋਂ ਉਹਦੇ ਕੰਨਾਂ ਤੱਕ ਪਹੁੰਚਦੀ ਹੈ ਤਾਂ ਉਹ ਆਸੇ ਪਾਸੇ ਦੀ ਸੁੱਧ ਭੁਲਾ ਕੇ ਉੱਧਰ ਨੂੰ ਤੁਰਿਆ ਜਾਂਦਾ ਹੈ, ਅਤੇ ਜਿਉਂ-ਜਿਉਂ ਸ਼ਿਕਾਰੀ ਦੀ ਰੇਂਜ ਵਿੱਚ, ਉਹਦੀ ਨੇੜਤਾ ਵਿੱਚ ਆਉਂਦਾ ਜਾਂਦਾ ਹੈ, ਉਹਦੀ ਮਾਰ ਹੇਠ ਆ ਜਾਂਦਾ, ਉਹ ਜਾਲ ਸੁੱਟ ਕੇ ਉਸ ਨੂੰ ਫਸਾ ਲੈ। ਉਸ ਵੇਲੇ ਉਸ ਨੂੰ ਨਾ ਜਾਲ ਦੀ ਸੁੱਧ ਹੈ, ਨਾ ਸ਼ਿਕਾਰੀ ਦੇ ਦੁਆਰਾ ਕੀਤੀ ਜਾ ਰਹੀ ਸਾਜ਼ਿਸ਼ ਦਾ ਗਿਆਨ ਹੈ, ਨਾ ਆਸੇ ਪਾਸੇ। ਇੰਨੀਆਂ ਤਿੱਖੀਆਂ ਅਤੇ ਤੇਜ਼ ਦੁੜਕੀਆਂ ਲਾਉਣ ਵਾਲਾ ਅਤੇ ਪਲਾਂ ਵਿੱਚ ਹੀ ਪਲਕ ਝਪਕਦਿਆਂ ਦੂਰ ਤੱਕ ਭੱਜ ਜਾਣ ਵਾਲਾ ਚੰਚਲ ਹਿਰਨ ਅਚਾਨਕ ਮਸਤ ਹੋ ਕੇ ਜਾਲ ਵਿੱਚ ਫਸ ਜਾਂਦਾ। ਕਾਰਨ ਉਸ ਵੇਲੇ ਉਹਦਾ ਅੰਤਰਾਤਮਾ, ਉਸ ਵੇਲੇ ਉਹਦੀ ਆਪਣੀ ਹਸਤੀ ਅਤੇ ਵਜੂਦ ਜਿਹੜਾ ਹੈ, ਉਹ ਇੱਕ ਸੰਗੀਤ 'ਤੇ ਕੇਂਦਰਿਤ ਹੋਇਆ ਖੜ੍ਹਾ। ਉਹ ਚੀਜ਼ ਉਹਦੇ ਫਸਣ ਦਾ ਕਾਰਨ ਬਣ ਗਈ। ਮਹਾਰਾਜ ਆਖਦੇ ਨੇ, ਜੇ ਸਾਨੂੰ ਹੋਰ ਸੱਚਾਈਆਂ ਜੀਵਨ ਦੀਆਂ ਨਹੀਂ ਸਮਝ ਆਉਂਦੀਆਂ ਜਾਂ ਵਿਖਾਈ ਨਹੀਂ ਦਿੰਦੀਆਂ, ਜ਼ਾਹਰਾ ਰੂਪ ਵਿੱਚ ਵੇਖਦਿਆਂ ਅੱਖਾਂ ਨਾਲ ਸਮਝ ਨਹੀਂ ਪੈਂਦੀਆਂ, ਮਹਿਸੂਸ ਨਹੀਂ ਹੁੰਦੀਆਂ, ਕੰਨਾਂ ਨਾਲ ਸੁਣਦੇ ਹਾਂ ਕੀ ਕੁਝ ਵਾਪਰਦਾ, ਅੱਖਾਂ ਨਾਲ ਵੇਖਦੇ ਹਾਂ ਕੀ ਕੁਝ ਹੋ ਰਿਹਾ, ਤਾਂ ਸਤਿਗੁਰੂ ਆਖਦੇ ਇਸ ਦਾ ਭਾਵ ਹੈ ਵੀ ਸਾਡੀ ਸੁਰਤ ਕਿਸੇ ਗ੍ਰਿਫਤ ਵਿੱਚ ਹੈ, ਕਿਸੇ ਪ੍ਰਭਾਵ ਵਿੱਚ ਹੈ। ਉਹ ਹੈ ਹੰਕਾਰ ਦਾ ਪ੍ਰਭਾਵ, ਉਹ ਹੈ ਸਵਾਰਥ ਦਾ ਪ੍ਰਭਾਵ। ਸਤਿਗੁਰੂ ਜੀ ਆਖਦੇ ਨੇ ਬਾਣੀ ਅੰਦਰ, ਧਨ ਦਾਰਾ ਸੰਪਤ ਗ੍ਰਹਿ। ਧਨ ਦਾ ਮਤਲਬ ਹੈ ਦੌਲਤ, ਸੰਪੱਤੀ, ਜਾਇਦਾਦ। ਗ੍ਰਹਿ ਦਾ ਭਾਵ ਹੈ ਘਰ, ਮਹਿਲ, ਮਾੜੀਆਂ, ਮਕਾਨ, ਔਰਤ, ਪਰਿਵਾਰ, ਬੱਚੇ, ਸਭ ਕੁਝ। ਇਹ ਸਤਿਗੁਰੂ ਮਹਾਰਾਜ ਨੇ ਜਦੋਂ ਗਿਣਤੀ ਕਰਦੇ ਨੇ ਤਾਂ ਇਹਨਾਂ ਸਭਨਾਂ ਚੀਜ਼ਾਂ ਨੂੰ ਇੱਕੇ ਗਿਣਤੀ ਵਿੱਚ ਲੈ ਆਉਂਦੇ ਨੇ। ਫਿਰ ਆਖਦੇ, ਕਛ ਸੰਗ ਨਾ ਚਾਲੈ ਸਮਝ ਲੈ। ਇੱਕ ਗੱਲ ਸਮਝ ਲੈ ਵੀ ਇਹਨਾਂ ਵਿੱਚੋਂ ਕੁਝ ਵੀ ਤੇਰੇ ਨਾਲ ਜਾਣ ਵਾਲਾ ਨਹੀਂ। ਕੋਈ ਚੀਜ਼ ਸਦਾ ਥਿਰ ਨਹੀਂ ਜਿਹੜੀ ਤੇਰੇ ਨਾਲ ਨਿਭਣ ਵਾਲੀ ਹੋਵੇ। ਇੱਕ ਭਗਤ ਨਾਰਾਇਣ ਹੋਏ ਸੰਗ। ਸਤਿਗੁਰੂ ਆਖਦੇ ਨੇ, ਇੱਕੋ ਭਗਤੀ ਨਾਰਾਇਣ ਦੀ ਤੇਰੇ ਸਦਾ ਸੰਗ ਤੇਰੇ ਨਾਲ ਰਹੇਗੀ। ਕਹੋ ਨਾਨਕ ਭਜ ਤੇ ਏਕ ਰੰਗ। ਸਤਿਗੁਰੂ ਆਖਦੇ ਨੇ, ਹੇ ਨਾਨਕ ਆਖ ਉਸ ਪਰਮੇਸ਼ਰ ਨੂੰ ਸਦਾ ਭਜ, ਸਿਮਰ, ਯਾਦ ਕਰ। ਅਤੇ ਕਿਵੇਂ ਕਰ? ਏਕ ਰੰਗ, ਇੱਕ ਮੁਹੱਬਤ ਨਾਲ, ਪਰਮੇਸ਼ਰ ਦੇ ਪਿਆਰ ਵਿੱਚ ਜੁੜ ਕੇ। ਸਾਹਿਬ ਸਤਿਗੁਰੂ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਹਜ਼ੂਰ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਆਧਾਰ ਅਤੇ ਆਸਰਾ ਬਣੇ। ਜੋ ਮਹਾਰਾਜ ਨੇ ਮੱਤ ਇਸ ਸ਼ਬਦ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਨੂੰ ਅਸੀਂ ਕਮਾ ਸਕੀਏ। ਸਤਿਗੁਰੂ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।